टीवी पंजाब देखने वाले सारे दर्शकों का स्वागत है जी। मैं हाँ मनदीप सिंह ते लैके हाज़र हाँ टीवी पंजाब का खास न्यूज़ बुलेटिन ते पहला नज़र मारते हैं अज दीआं चोणवीआं खबरां ते। ट्रूडो सरकार ने किया वड्डा ऐलान, छोटे कारोबारियों नूं दित्ती राहत। इमीग्रेशन विभाग ने किया खुलासा, एक्सप्रैस एंट्री के पूल विच जमा हुई 2 लाख के करीब फाइलां। क्यूबक के हैल्थ टैक्स उत्ते ट्रूडो का बयान, कहा पूरी जानकारी तो बाद ही करांगे टिप्पणी। BC विच एक बारी फिर हड़ का खतरा, एनवायरमेंट कनेडा ने दी चेतावनी। अफगानिस्तान तो लिआंदे 250 होर रिफ्यूजी, इमीग्रेशन मंत्री ने दी जानकारी। अते क्यूबक ते अंटारियो विच कोरोना का कहर, हस्पतालों च वधी मरीजों की गिणती। ये सी चोणवीआं खबरां ते हुण खबरां विस्तार नाल। ट्रूडो सरकार ने कोविड-19 नाल प्रभावित छोटे कारोबाਰਾਂ ਲਈ एक खास प्रोग्राम का ऐलान किया सी, जिस के तहत कारोबाਰਾਂ ਨੂੰ $60,000 तक का ਵਿਆਜ ਮੁਕਤ ਕਰਜ਼ਾ ਦਿੱਤਾ ਗਿਆ ਸੀ। 9 ਲੱਖ ਦੇ ਕਰੀਬ ਲੋਕਾਂ ਨੂੰ ਇਹ ਕਰਜ਼ਾ ਦਿੱਤਾ ਗਿਆ ਸੀ, ਜਿਸ ਨੂੰ ਇਸ ਸਾਲ ਦੇ ਅਖੀਰ ਤੱਕ ਮੋੜਨਾ ਸੀ, ਪਰ ਸਰਕਾਰ ਨੇ ਹੁਣ ਇਹ ਤਰੀਕ ਵਧਾ ਦਿੱਤੀ ਹੈ ਅਤੇ ਹੁਣ 2023-31 ਦਸੰਬਰ ਤੱਕ ਇਹ ਕਰਜ਼ਾ ਮੋੜਿਆ ਜਾਵੇਗਾ ਅਤੇ ਉਦੋਂ ਤੱਕ ਇਸ ਕਰਜ਼ੇ ਉੱਤੇ ਕੋਈ ਵੀ ਵਿਆਜ नहीं लगेगा। ट्रूडो सरकार वालों एक नवी अनाउंसमेंट की गई है, जिस विच छोटे व्यापारियों को राहत देने का ऐलान किया गया। कोरोना काल के दौरान छोटे व्यापारियों की मदद लिए एक खास प्रोग्राम शुरू किया गया सी। इस प्रोग्राम का नाम कनेडा एमरजेंसी बिजनेस अकाउंट सी, जिस के तहत छोटे कारोबाਰਾਂ ਨੂੰ 60,000 तक का ਵਿਆਜ तो ਰਹਿਤ लोन दिता गया सी। ਇਹ प्रोग्राम 9 अप्रैल 2020 ਨੂੰ शुरू किया गया सी, जबकि 30 जून 2021 तक इस प्रोग्राम के तहत 8,98,000 तो ਵੱਧ ਲੋਕਾਂ ਨੂੰ इस के तहत 60,000 इंटरस्ट फ्री लोन दिता गया। और जिस वक्त ये लोन दिता गया सी, उस वक्त ये भी दस्या गया सी कि 31 दसंबर 2022 तक ये लोन उन्होंने मोड़ना पवेगा। पर हुण सरकार ने इस विच राहत दी है ते इस दी तरीक 1 साल अगे पा दी है। 31 ਦਸੰਬਰ 2023 तक इस लोन उत्ते कोई भी ब्याज नहीं पएगा ਅਤੇ 1 जनवरी 2024 ਤੋਂ ਇਸ ਉੱਤੇ ਕੁਝ ਵਿਆਜ ਪੈਣਾ ਸ਼ੁਰੂ ਹੋ ਜਾਵੇਗਾ और उस तो बाद 31 ਦਸੰਬਰ 2025 तक ਇਹ रकम मोड़नी हर किसी ਲਈ ਲਾਜ਼ਮੀ ਹੋਵੇਗੀ। ट्रूडो सरकार ਵੱਲੋਂ ਅੱਜ ਇਸ ਰਾਹਤ ਦਾ ਐਲਾਨ ਇੰਟਰਨੈਸ਼ਨਲ ਟ੍ਰੇਡ, ਐਕਸਪੋਰਟ ਪ੍ਰਮੋਸ਼ਨ, ਸਮਾਲ ਬਿਜ਼ਨਸ ਐਂਡ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਤੱਕ ਇਸ ਫਲੈਕਸੀਬਿਲਿਟੀ ਦੀ ਮੰਗ ਪਹੁੰਚ ਰਹੀ ਸੀ, ਜਿਸ ਕਰਕੇ ਉਹਨਾਂ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਛੋਟੇ ਕਾਰੋਬਾਰਾਂ ਦੀ ਹੋਰ ਮਦਦ ਕਰਨ ਲਈ ਇਹ ਅਨਾਉਂਸਮੈਂਟ ਕੀਤੀ ਗਈ ਹੈ ਅਤੇ ਉਹਨਾਂ ਨੂੰ ਰਾਹਤ ਇਸ ਸੰਬੰਧੀ ਦਿੱਤੀ ਗਈ ਹੈ। ਇਸ ਸੰਬੰਧੀ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ 8,98,254 ਲੋਨ ਇਸ ਪ੍ਰੋਗਰਾਮ ਦੇ ਤਹਿਤ ਅਪਰੂਵ ਕੀਤੇ ਗਏ ਨੇ ਅਤੇ ਹੁਣ ਤੱਕ ਸਰਕਾਰ ਇਸ ਪ੍ਰੋਗਰਾਮ ਉੱਤੇ $49.7 ਬਿਲੀਅਨ ਖਰਚ ਕਰ ਚੁੱਕੀ ਹੈ। इस अनाउंसमेंट तो बाद कनेडियन फैडरेशन ऑफ इंडिपेंडेंट बिजनेस के CEO ਅਤੇ ਪ੍ਰੈਜ਼ੀਡੈਂਟ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿਸ ਵਿੱਚ ਇਸ ਨੂੰ ਚੰਗੀ ਖਬਰ ਦੱਸਿਆ ਔਰ ਟਵੀਟ ਕਰਦਿਆਂ ਇਹ ਕਿਹਾ ਗਿਆ ਕਿ ਇਸ ਨਾਲ ਲਗਭਗ 9 ਲੱਖ ਦੇ ਕਰੀਬ ਛੋਟੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਇਮੀਗ੍ਰੇਸ਼ਨ ਸੰਬੰਧੀ ਇੱਕ ਹੋਰ ਵੱਡਾ ਖੁਲਾਸਾ ਹੋਇਆ। ਇਸ ਵਕਤ ਐਕਸਪ੍ਰੈਸ ਐਂਟਰੀ ਦੇ ਪੂਲ ਵਿੱਚ 2 ਲੱਖ ਦੇ ਨੇੜੇ ਤੇੜੇ ਫਾਈਲਾਂ ਪਈਆਂ ਨੇ। इस पूल ਦੇ ਵਿੱਚ 2 ਲੱਖ ਦੇ ਕਰੀਬ ਲੋਕਾਂ ਦੇ ਸਾਹ ਸੁੱਕੇ ਹੋਏ ਨੇ, ਕਿਉਂਕਿ ਲਗਾਤਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਨਹੀਂ ਕੱਢੇ ਜਾ ਰਹੇ ਨੇ ਅਤੇ ਖਾਸ ਕਰਕੇ ਫੈਡਰਲ ਸਕਿਲਡ ਵਰਕਰ ਡਰਾਅ ਦਸੰਬਰ 2020 ਤੋਂ ਬਾਅਦ ਨਹੀਂ ਕੱਢੇ ਗਏ ਨੇ। ਇਸ ਦੇ ਵਿੱਚ ਫਾਈਲਾਂ ਲਾਉਣ ਵਾਲੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ, ਕਿਉਂਕਿ ਜੇਕਰ ਜਲਦੀ ਹੀ ਦੁਬਾਰਾ ਡਰਾਅ ਨਾ ਕੱਢੇ ਤਾਂ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੀ ਆਈਲੈਟਸ ਦਾ ਐਗਜ਼ਾਮ ਦੀ ਡੇਟ ਐਕਸਪਾਇਰ ਹੋ ਜਾਵੇਗੀ ਅਤੇ ਦੁਬਾਰਾ ਉਹਨਾਂ ਨੂੰ ਆਈਲੈਟਸ ਦੇ ਕੇ ਫਿਰ ਇਸ ਪੂਲ 'ਚ ਪੈਣਾ ਪਵੇਗਾ। ਕਿਹੜੀ ਕੈਟਾਗਰੀ ਵਿੱਚ ਕਿੰਨੀਆਂ ਫਾਈਲਾਂ ਬਚੀਆਂ ਨੇ, ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। IRCC ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਨਾ ਕੱਢਣ ਕਾਰਨ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਕੈਂਡੀਡੇਟਸ ਦੀ ਵੱਡੀ ਗਿਣਤੀ ਜਮ੍ਹਾਂ ਹੋ ਗਈ ਹੈ। IRCC ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਕਤ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ 1,94,000 ਦੇ ਕਰੀਬ ਫਾਈਲਾਂ ਆ ਚੁੱਕੀਆਂ ਨੇ। ਇਹਦੇ ਵਿੱਚ ਸਭ ਤੋਂ ਵੱਧ ਫਾਈਲਾਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਂਡੀਡੇਟਸ ਦੇ ਐਕਸਪ੍ਰੈਸ ਐਂਟਰੀ ਪੂਲ ਵਿੱਚ ਪਈਆਂ ਨੇ, ਜਿਸ ਦੀ ਗਿਣਤੀ 1,54,421 ਦੱਸੀ ਗਈ ਹੈ, ਜਦਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਕੈਂਡੀਡੇਟਸ ਦੀ ਗਿਣਤੀ 38,223 ਤੱਕ ਪਹੁੰਚ ਗਈ ਹੈ। ਉੱਥੇ ਹੀ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਕੈਂਡੀਡੇਟਸ ਵਿੱਚ 577 ਕੈਂਡੀਡੇਟ ਨੇ,
जबकि प्रोविंशियल नॉमिनी कैंडिडेट्स ਵਿੱਚ सिर्फ 344 कैंडिडेट ने, जिन्हां ਦਾ ਜੋੜ 1,93,565 ਬਣਦਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਨਾਲ ਸੰਬੰਧਿਤ ਐਕਸਪ੍ਰੈਸ ਐਂਟਰੀ ਦਾ ਡਰਾਅ ਦਸੰਬਰ 2020 ਵਿੱਚ ਕੱਢਿਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਵੀ ਡਰਾਅ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤਹਿਤ ਨਹੀਂ ਕੱਢਿਆ ਗਿਆ, ਜਿਸ ਕਰਕੇ ਇੱਥੇ 1.5 ਲੱਖ ਤੋਂ ਵੱਧ ਫਾਈਲਾਂ ਪੂਲ ਵਿੱਚ ਜਮ੍ਹਾਂ ਹੋ ਗਈਆਂ ਨੇ। ਜਦਕਿ ਇਸ ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਲਗਾਤਾਰ ਨਿਕਲਦੇ ਰਹੇ ਸਨ, ਪਰ ਹੁਣ ਸਤੰਬਰ 2021 ਤੋਂ ਲੈ ਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਵੀ ਨਹੀਂ ਨਿਕਲ ਰਹੇ ਨੇ, ਜਿਸ ਕਰਕੇ ਇੱਥੇ ਵੀ ਬੈਕਲੌਗ ਵੱਧ ਗਿਆ ਅਤੇ ਇਸ ਪੂਲ ਦੇ ਵਿੱਚ ਹੁਣ 38,223 ਫਾਈਲਾਂ ਜਮ੍ਹਾਂ ਹੋ ਗਈਆਂ ਨੇ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਿਰਫ PNP ਸਪੈਸੀਫਿਕ ਡਰਾਅ ਹੀ ਕੱਢੇ ਜਾ ਰਹੇ ਨੇ। ਇੱਕ ਜਾਣਕਾਰੀ ਅਨੁਸਾਰ 2022 ਦੇ ਵਿੱਚ ਇਹ ਡਰਾਅ ਦੁਬਾਰਾ ਕੱਢਣੇ ਸ਼ੁਰੂ ਕੀਤੇ ਜਾ ਸਕਦੇ ਨੇ ਕਿ ਸਾਲ 2022 ਵਿੱਚ 4,11,000 ਲੋਕਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਦਿੱਤੀ ਜਾਵੇਗੀ। ਪਰ ਇਹਦੇ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਮੀਗ੍ਰੇਸ਼ਨ ਮਿਨਿਸਟਰ ਸੀਨ ਫਰੀਜ਼ਰ ਵੱਲੋਂ 10 ਫਰਵਰੀ ਨੂੰ ਇੱਕ ਨਵਾਂ ਟਾਰਗੇਟ ਵੀ ਅਨਾਉਂਸ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਇਹ ਵੀ ਸੰਕੇਤ ਦਿੱਤਾ ਗਿਆ ਕਿ ਇਸ ਸਾਲ ਦੇ ਵਿੱਚ ਦੁਬਾਰਾ ਮਿਕਸ ਇਮੀਗ੍ਰੈਂਟਸ ਦੀ ਕੈਟਾਗਰੀ ਦੁਬਾਰਾ ਖੋਲ੍ਹੀ ਜਾਵੇਗੀ, ਭਾਵ ਕਿ ਕੈਨੇਡਾ ਤੋਂ ਬਾਹਰੋਂ ਅਤੇ ਕੈਨੇਡਾ ਦੇ ਅੰਦਰ ਦੋਨੇ ਪਾਸੇ ਲੋਕਾਂ ਨੂੰ ਇਮੀਗ੍ਰੇਸ਼ਨ ਦੇਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ, ਜਿਸ ਤਰੀਕੇ ਨਾਲ ਕੋਰੋਨਾ ਵਾਇਰਸ ਤੋਂ ਪਹਿਲਾਂ ਹੋ ਰਿਹਾ ਸੀ। ਫਿਲਹਾਲ ਬੈਕਲੌਗ ਨੂੰ ਕਲੀਅਰ ਕਰਨ ਲਈ ਇਹ ਸਾਰੇ ਡਰਾਅ ਰੋਕੇ ਗਏ ਸਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪਹਿਲਾਂ ਪੁਰਾਣੀਆਂ ਫਾਈਲਾਂ ਨੂੰ ਕਲੀਅਰ ਕਰਨ ਦਾ ਕੰਮ ਕੀਤਾ ਜਾ ਰਿਹਾ, ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜ ਕੇ PR ਦਾ ਸੱਦਾ ਦਿੱਤਾ ਗਿਆ ਸੀ। ਇਸ ਸੰਬੰਧੀ 15 ਦਸੰਬਰ ਤੱਕ ਇੱਕ ਰਿਪੋਰਟ ਵੀ ਸਾਹਮਣੇ ਆਈ ਸੀ, ਜਿਸ ਵਿੱਚ ਇਕਨੋਮਿਕ ਕਲਾਸ ਵਿੱਚ 2,34,770 ਫਾਈਲਾਂ PR ਦੀਆਂ ਹਾਲੇ ਵੀ ਪੈਂਡਿੰਗ ਪਈਆਂ ਨੇ, ਜਦਕਿ ਫੈਮਿਲੀ ਕਲਾਸ ਵਿੱਚ 1,05,000 ਤੋਂ ਵੱਧ ਫਾਈਲਾਂ ਪਈਆਂ ਨੇ। 15 ਦਸੰਬਰ ਤੱਕ ਇਕੱਲੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਹੀ 24,675 ਫਾਈਲਾਂ ਪੈਂਡਿੰਗ ਪਈਆਂ ਨੇ, ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਸਕਿਆ, ਜਦਕਿ ਫੈਡਰਲ ਸਕਿਲਡ ਵਰਕਰ ਡਰਾਅ ਵਿੱਚ ਵੀ 54,529 ਫਾਈਲਾਂ ਦਾ ਨਿਪਟਾਰਾ ਹਾਲੇ ਤੱਕ ਨਹੀਂ ਹੋ ਸਕਿਆ। ਉੱਥੇ ਹੀ TR ਤੋਂ PR ਪ੍ਰੋਗਰਾਮ ਵਿੱਚ ਵੀ 20,151 ਫਾਈਲਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਸਕਿਆ। ਇਹ ਰਿਪੋਰਟ 15 ਦਸੰਬਰ ਤੱਕ ਦੀ ਸਾਹਮਣੇ ਆਈ ਸੀ, ਜਿਸ ਦੇ ਤਹਿਤ ਹਾਲੇ ਤੱਕ 18 ਲੱਖ ਫਾਈਲਾਂ ਦਾ ਬੈਕਲੌਗ IRCC ਕੋਲ ਜਮ੍ਹਾਂ ਹੈ, ਜਿਸ ਵਿੱਚ PR, ਵਰਕ ਪਰਮਿਟ, ਸਟੂਡੈਂਟ ਪਰਮਿਟ ਅਤੇ ਵਿਜ਼ਟਰ ਵੀਜ਼ਾ ਵੀ ਸ਼ਾਮਲ ਨੇ। ਕਿਊਬਕ ਸਰਕਾਰ ਵੱਲੋਂ ਬਣਾਏ ਜਾ ਰਹੇ ਨਵੇਂ ਕਾਨੂੰਨ ਉੱਤੇ ਟਰੂਡੋ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਊਬਕ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਤੇ ਜੁਰਮਾਨੇ ਦੇ ਤੌਰ ਤੇ ਹੈਲਥ ਟੈਕਸ ਲਾਇਆ ਜਾਵੇਗਾ, ਜਿਸ ਸੰਬੰਧੀ ਅੱਜ ਟਰੂਡੋ ਨੂੰ ਸਵਾਲ ਪੁੱਛੇ ਗਏ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਉੱਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬਕ ਸਰਕਾਰ ਵੱਲੋਂ ਲਾਏ ਜਾ ਰਹੇ ਹੈਲਥ ਟੈਕਸ ਉੱਤੇ ਫਿਲਹਾਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਨ ਟਰੂਡੋ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫਿਲਹਾਲ ਹੋਰ ਡਿਟੇਲਸ ਦੀ ਉਡੀਕ ਕਰ ਰਹੇ ਨੇ ਅਤੇ ਜਦੋਂ ਪੂਰੀ ਤਰੀਕੇ ਨਾਲ ਡਿਟੇਲਸ ਬਾਹਰ ਆ ਜਾਣਗੀਆਂ ਅਤੇ ਕਿਊਬਕ ਸਰਕਾਰ ਦੇ ਪਲਾਨ ਬਾਰੇ ਪੂਰੇ ਤਰੀਕੇ ਨਾਲ ਪਤਾ ਲੱਗ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਉਹ ਇਸ ਤੇ ਕੋਈ ਟਿੱਪਣੀ ਕਰ ਸਕਣਗੇ। ਹਾਲਾਂਕਿ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਓਟਵਾ ਵੱਲੋਂ ਕਿਊਬਕ ਦੇ ਇਸ ਪਲਾਨ ਉੱਤੇ ਰਿਵਿਊ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੇ ਨਾਲ ਹੀ ਟਰੂਡੋ ਨੇ ਇਹ ਵੀ ਕਿਹਾ ਕਿ ਪ੍ਰੋਤਸਾਹਨ ਅਤੇ ਸਖਤ ਉਪਾਅ ਦੇ ਨਾਲ ਹੀ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇਗਾ, ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੇਸ਼ੱਕ ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਹੋਵੇ ਜਾਂ ਫਿਰ ਯਾਤਰੀਆਂ ਦੇ ਲਈ ਵੈਕਸੀਨੇਸ਼ਨ ਦਾ ਹੋਣਾ ਜ਼ਰੂਰੀ ਹੋਵੇ ਅਤੇ ਇਸ ਦੇ ਨਾਲ ਹੀ ਪਬਲਿਕ ਸਰਵੈਂਟਸ ਦਾ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇ। ਇਹ ਸਾਰੇ ਸਖਤ ਉਪਾਅ ਨੇ ਅਤੇ ਇਹ ਸਾਰੇ ਹੀ ਕੰਮ ਕਰ ਰਹੇ ਨੇ ਅਤੇ ਇਸ ਨਾਲ ਕੈਨੇਡੀਅਨਸ ਦੀ ਸੁਰੱਖਿਆ ਵਧੀ ਹੈ। Send into hypotheticals. We're not going to descend into hypotheticals right now. We have been assured by the Quebec government that they intend to stand by the principles and the rules around the Canada Health Act as they move forward. So we continue to wait to look for details on this. But as we've said, incentives and strong measures, whether it's vaccine passports, whether it's requirements for travelers, whether it's the requirements for public servants to be fully vaccinated. We have taken very strong measures in the past and they have worked in terms of keeping Canadians safe and getting Canadians vaccinated. We will continue to look and work with the provinces, look at measures put forward and work with the provinces and territories to do everything we can to continue to keep Canadians safe and get through this the best possible way we can.
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਕਿਊਬਕ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਉਹਨਾਂ ਉੱਤੇ ਹੈਲਥ ਟੈਕਸ ਲਾਇਆ ਜਾਵੇਗਾ, ਭਾਵ ਕਿ ਉਹਨਾਂ ਨੂੰ ਇਸ ਦਾ ਜੁਰਮਾਨਾ ਭਰਨਾ ਪਵੇਗਾ। ਕਿਊਬਕ ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਅਨਵੈਕਸੀਨੇਟਡ ਲੋਕਾਂ ਕਰਕੇ ਹਸਪਤਾਲਾਂ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਹੈਲਥ ਸਿਸਟਮ ਉੱਤੇ ਬੋਝ ਵੀ ਵੱਧ ਰਿਹਾ ਹੈ, ਜਿਸ ਦੀ ਭਰਪਾਈ ਇਹਨਾਂ ਵੱਲੋਂ ਹੀ ਕੀਤੀ ਜਾਵੇਗੀ। ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਦੀ ਹਾਲੇ ਤੱਕ ਇੱਕ ਵੀ ਡੋਜ਼ ਨਹੀਂ ਲਗਵਾਈ ਗਈ ਹੈ ਉਹਨਾਂ ਤੇ ਇਹ ਟੈਕਸ ਲਾਇਆ ਜਾਵੇਗਾ। ਹਾਲਾਂਕਿ ਇਸ ਸੰਬੰਧੀ ਕਿਊਬਕ ਸਰਕਾਰ ਵੱਲੋਂ ਹਾਲੇ ਨਹੀਂ ਦੱਸਿਆ ਗਿਆ ਕਿ ਇਹ ਟੈਕਸ ਕਿੰਨਾ ਹੋਵੇਗਾ ਅਤੇ ਕਿੰਨੀ ਤਰੀਕ ਤੋਂ ਲਾਗੂ ਹੋਵੇਗਾ, ਪਰ ਇਸ ਸੰਬੰਧੀ ਸੰਕੇਤ ਜ਼ਰੂਰ ਦਿੱਤੇ ਨੇ ਕਿ ਇਹ ਟੈਕਸ ਕਿੰਨਾ ਲੱਗ ਸਕਦਾ ਹੈ। BC ਵਿੱਚ ਲਗਾਤਾਰ ਮੌਸਮ ਸੰਬੰਧੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਇਲਾਕਿਆਂ ਵਿੱਚ ਸੰਭਾਵੀ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਬਹੁਤ ਸਾਰੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬਰਫ਼ ਪਿਘਲਣ ਕਰਕੇ ਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ, ਜਿਸ ਕਰਕੇ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਅਤੇ ਖਾਸ ਕਰਕੇ ਫਲੱਡ ਜ਼ੋਨ ਵਿੱਚ ਰਹਿੰਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ਵਿੱਚ ਹੱਲੇ ਵੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹੜ੍ਹ ਦੇ ਸੰਭਾਵੀ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਚਲਾਏ ਜਾਂਦੇ ਇੱਕ ਟਵਿੱਟਰ ਹੈਂਡਲ ਪ੍ਰੀਪੇਡ BC ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਸਾਊਥਰਨ BC ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਹੜ੍ਹ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਇਸ ਮੁਸ਼ਕਲ ਲਈ ਤਿਆਰ ਰਹਿਣ ਲਈ ਵੀ ਲੋਕਾਂ ਨੂੰ ਕਿਹਾ ਗਿਆ, ਜਿਸ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਆਪਣੀ ਪ੍ਰਾਪਰਟੀ ਅਤੇ ਘਰ ਨੂੰ ਪ੍ਰੋਟੈਕਟ ਕਰਨ ਲਈ ਕੁਝ ਕੀਤਾ ਜਾਵੇ। ਇਸ ਦੇ ਨਾਲ ਹੀ ਗ੍ਰੈਬ ਐਂਡ ਗੋ ਬੈਗ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ, ਜਿਸ ਸੰਬੰਧੀ ਕੱਲ੍ਹ ਵੀ ਜਾਣਕਾਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇੰਸ਼ੋਰੈਂਸ ਆਪਸ਼ਨਸ ਨੂੰ ਰਿਸਰਚ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ। ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮੈਟਰੋ ਵੈਨਕੂਵਰ, ਹਾਊਸ ਸਾਊਂਡ, ਵਿਸਲਰ, ਸਨਸ਼ਾਈਨ ਕੋਸਟ ਵਾਲੇ ਇਲਾਕੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਇੱਥੇ ਬੁੱਧਵਾਰ ਦੁਪਹਿਰ ਤੱਕ 100 ਮਿਲੀਮੀਟਰ ਤੱਕ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਉੱਥੇ ਹੀ ਵੈਸਟ ਵੈਨਕੂਵਰ ਆਈਲੈਂਡ ਤੇ 150 ਮਿਲੀਮੀਟਰ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ, ਜੋ ਕਿ ਵੀਰਵਾਰ ਸਵੇਰ ਤੱਕ ਪੈ ਸਕਦਾ ਹੈ। BC ਸਰਕਾਰ ਵੱਲੋਂ ਕੱਲ੍ਹ ਵੀ ਇੱਕ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿੱਥੇ ਫਲੱਡ ਜ਼ੋਨ ਵਿੱਚ ਰਹਿ ਰਹੇ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਗਿਆ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਹਰ ਮੁਸ਼ਕਲ ਲਈ ਤਿਆਰ ਰਹਿਣ ਲਈ ਵੀ ਚੁਕੰਨਾ ਕਰ ਦਿੱਤਾ ਗਿਆ ਸੀ। ਅੱਜ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਵਿੱਚ ਵੀ BC ਦੇ ਕਈ ਇਲਾਕਿਆਂ ਵਿੱਚ ਧਰਤੀ ਖਿਸਕਣ ਦੀਆਂ ਘਟਨਾਵਾਂ ਵਾਪਰਨ ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ, ਜਿਸ ਵਿੱਚ ਵੈਨਕੂਵਰ ਆਈਲੈਂਡ, ਸਾਊਥ ਕੋਸਟ, ਸੀ ਟੂ ਸਕਾਈ ਮਾਊਂਟੇਨਸ ਦੇ ਇਲਾਕਿਆਂ ਵਿੱਚ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਹਾਈਵੇ 3 ਅਤੇ ਕੋਟਨੀ ਪਾਸ ਤੇ ਟਰੈਵਲ ਕਰ ਰਿਹਾ ਤਾਂ ਉੱਥੇ ਵੀ ਬਰਫ਼ ਅਤੇ ਫ੍ਰੀਜ਼ਿੰਗ ਰੇਨ ਹੋ ਸਕਦੀ ਹੈ, ਜਿਸ ਕਾਰਨ ਡਰਾਈਵਿੰਗ ਲਈ ਕੰਡੀਸ਼ਨਸ ਖਰਾਬ ਹੋ ਸਕਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕੁਝ ਨਵੀਆਂ ਹਦਾਇਤਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁਝ ਕਾਰੋਬਾਰ ਬਿਲਕੁਲ ਬੰਦ ਹੋ ਗਏ ਸਨ ਅਤੇ ਉਹਨਾਂ ਲਈ ਅੱਜ ਰਾਹਤ ਦਾ ਐਲਾਨ ਕੀਤਾ ਗਿਆ, ਜਿਸ ਸੰਬੰਧੀ ਕੈਬਨਿਟ ਮੰਤਰੀ ਰਵੀ ਕਾਲੋ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ $1000 ਤੋਂ ਲੈ ਕੇ $10,000 ਤੱਕ ਦੀ ਇੱਕ ਗ੍ਰਾਂਟ ਇਹਨਾਂ ਕਾਰੋਬਾਰਾਂ ਨੂੰ ਦਿੱਤੀ ਜਾਵੇਗੀ ਤਾਂ ਕਿ ਕਾਰੋਬਾਰ ਬੰਦ ਹੋਣ ਤੋਂ ਬਾਅਦ ਉਹ ਆਪਣਾ ਖਰਚਾ ਚਲਾ ਸਕਣ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅੱਜ ਇੱਕ ਨਵਾਂ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਦੱਸਿਆ ਕਿ ਹੁਣ ਕਲੋਜ਼ਰ ਰਿਲੀਫ ਗ੍ਰਾਂਟ ਸੰਬੰਧੀ ਪ੍ਰੋਗਰਾਮ ਅੱਜ ਤੋਂ ਖੋਲ੍ਹ ਦਿੱਤਾ ਗਿਆ ਤੇ ਅੱਜ ਤੋਂ ਲੋਕ ਇਸ ਸੰਬੰਧੀ ਐਪਲੀਕੇਸ਼ਨ ਦੇ ਸਕਦੇ ਨੇ, ਜਿਸ ਵਿੱਚ ਉਹਨਾਂ ਨੂੰ $1000 ਤੋਂ ਲੈ ਕੇ $10,000 ਤੱਕ ਦੀ ਮਾਲੀ ਮਦਦ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਉਹਨਾਂ ਕਾਰੋਬਾਰਾਂ ਲਈ ਆ ਜੋ 22 ਦਸੰਬਰ 2021 ਨੂੰ ਜਾਰੀ ਕੀਤੀ ਗਈਆਂ ਹਦਾਇਤਾਂ ਦੇ ਤਹਿਤ ਬੰਦ ਕਰ ਦਿੱਤੇ ਗਏ ਸਨ, ਜਿਸ ਵਿੱਚ ਬਾਰ, ਨਾਈਟ ਕਲੱਬ, ਉਹ ਲਾਊਂਜ ਜੋ ਪੂਰੇ ਖਾਣੇ ਮੁਹੱਈਆ ਨਹੀਂ ਕਰਾਉਂਦੇ ਅਤੇ ਜਿਮ, ਫਿਟਨੈਸ ਸੈਂਟਰ ਤੇ ਅਡਲਟ ਸੈਂਟਰ ਤੇ ਉਹ ਈਵੈਂਟ ਸਥਾਨ ਵੀ ਸ਼ਾਮਲ ਨੇ ਜੋ ਇਹਨਾਂ ਹਦਾਇਤਾਂ ਕਰਕੇ ਬੰਦ ਹੋ ਗਏ। ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਸ ਨਾਲ 3000 ਤੋਂ ਵੱਧ ਕਾਰੋਬਾਰਾਂ ਨੂੰ ਸਹਾਰਾ ਮਿਲਣ ਦੀ ਉਮੀਦ ਹੈ ਅਤੇ ਇਸ ਮਦਦ ਦੇ ਨਾਲ ਉਹ ਆਪਣੇ ਕਿਰਾਏ, ਮੁਲਾਜ਼ਮਾਂ ਦੀਆਂ ਤਨਖਾਹਾਂ, ਇੰਸ਼ੋਰੈਂਸ, ਰੱਖ ਰਖਾਓ ਅਤੇ ਹੋਰ ਖਰਚਿਆਂ ਵਿੱਚ ਮਦਦ ਕਰ ਸਕਦੇ ਨੇ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਮੰਤਰੀ ਰਵੀ ਕਾਲੋ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ। ਅੱਜ ਅਸੀਂ ਅਨਾਉਂਸ ਕਰ ਰਹੇ ਹਾਂ ਵੀ ਜਿਹੜੀਆਂ ਬਿਜ਼ਨੈਸਸ ਕਲੋਜ਼ਡ ਆ ਬਿਕਾਜ਼ ਆਫ ਦ COVID-19
restrictions, ਉਹਨਾਂ ਲਈ grants available ਅੱਜ businesses apply ਕਰ ਸਕਦੇ ਆ up to $10,000 non-repayable grants ਆ ਜਿਹੜੀਆਂ businesses hardest impacted ਆ ਇਹ ਜਿਹੜੇ recent closures ਦੇ ਨਾਲ ਜੇ ਕੋਈ ਵੀ business apply ਕਰਨਾ ਚਾਹੁੰਦੇ ਆ ਅੱਜ ਹੀ ਕਰ ਸਕਦੇ ਆ at gov.bc.ca/business relief ਸਾਨੂੰ ਪਤਾ ਵੀ ਬਹੁਤ ਹੀ hardship ਆ ਜਿਹੜੀਆਂ businesses banquet halls ਜਿਹੜੇ ਹੁਣ ਇਹ restrictions ਦਾ impacted ਆ of course ਸਾਡਾ hope ਆ ਵੀ ਜਦੋਂ healthcare system better situations ਆ ਵੀ ਇਹ ਸਾਰੇ ਅਸੀਂ ਹੌਲੀ ਹੌਲੀ open ਕਰ ਸਕਦੇ ਆ but of course ਇਹ decision Dr. Henry ਤੇ provincial health office make ਕਰਨਗੇ ਤੇ ਜਿਹੜੇ ਆ financial supports ਆ ਇਹ complementary ਆ ਜਿਹੜੇ federal supports ਆ federal government ਨੇ also ਆਪਣੇ program change ਕੀਤਾ up to 75% rental support ਤੇ up to 75% wage support ਹੁਣ federal government ਵੀ provide ਕਰ ਰਹੀ ਆ ਇਹ ਦੋਨੇ programs combine ਕਰਕੇ businesses ਨੂੰ ਕਾਫੀ relief ਮਿਲੂਗੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ ਅਤੇ ਓਮਿਕਰੋਨ ਨੇ ਇਸ ਵਕਤ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਕਈ ਗੁਣਾ ਤੱਕ ਵਧਾ ਦਿੱਤੀ ਹੈ ਜਿਸ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਇਸ ਸੰਬੰਧੀ ਫੈਡਰਲ ਸਰਕਾਰ ਵੱਲੋਂ ਵੀ ਪ੍ਰੋਗਰਾਮ ਚਲਾਇਆ ਜਾ ਰਿਹਾ ਅਤੇ ਉਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵੀ ਅੱਜ ਐਪਲੀਕੇਸ਼ਨਾਂ ਮੰਗ ਲਈਆਂ ਨੇ ਜਿਸ ਦੇ ਤਹਿਤ $1,000 ਤੋਂ ਲੈ ਕੇ $10,000 ਤੱਕ ਦੀ ਮਦਦ ਦਿੱਤੀ ਜਾਵੇਗੀ। ਕੈਨੇਡਾ 'ਚ ਲਗਾਤਾਰ ਅਫਗਾਨ ਰਿਫਿਊਜੀ ਲਿਆਂਦੇ ਜਾ ਰਹੇ ਨੇ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ 250 ਹੋਰ ਰਿਫਿਊਜੀਆਂ ਦਾ ਟੋਲਾ ਕੈਨੇਡਾ ਵਿੱਚ ਲਿਆਂਦਾ ਗਿਆ ਜਿਸ ਵਿੱਚ 170 ਉਹ ਨੇ ਜੋ ਮਨੁੱਖੀ ਅਧਿਕਾਰਾਂ ਦੀ ਲੜਾਈ ਅਫਗਾਨਿਸਤਾਨ ਦੇ ਵਿੱਚ ਲੜ ਰਹੇ ਸਨ। ਇਸ ਸੰਬੰਧੀ ਕੈਨੇਡਾ ਸਰਕਾਰ ਵੱਲੋਂ 40,000 ਦਾ ਟਾਰਗੇਟ ਰੱਖਿਆ ਗਿਆ ਜਦਕਿ ਹਾਲੇ ਤੱਕ 7,000 ਦੇ ਕਰੀਬ ਰਿਫਿਊਜੀ ਹੀ ਕੈਨੇਡਾ ਪਹੁੰਚ ਸਕੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਫਿਊਜੀ ਕੋਟੇ ਵਿੱਚ ਅਫਗਾਨਿਸਤਾਨ ਤੋਂ 250 ਲੋਕ ਹੋਰ ਕੱਢ ਕੇ ਲਿਆਂਦੇ ਨੇ ਅਤੇ ਇਹਦੇ ਵਿੱਚ 170 ਉਹ ਨੇ ਜੋ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸਨ। ਇਸ ਸੰਬੰਧੀ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਕੈਨੇਡਾ ਨੇ 2 ਦਹਾਕਿਆਂ ਤੱਕ ਅਫਗਾਨਿਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਅਤੇ ਲੋਕਤੰਤਰ ਲਈ ਲੜਾਈ ਲੜੀ ਹੈ ਅਤੇ ਇਸ ਦੌਰਾਨ ਉੱਥੇ ਜਿਹੜੇ ਲੋਕਾਂ ਨੇ ਕੈਨੇਡਾ ਦਾ ਸਾਥ ਦਿੱਤਾ ਹੁਣ ਉਹਨਾਂ ਦਾ ਕੈਨੇਡਾ ਇੱਥੇ ਸਵਾਗਤ ਕਰ ਰਿਹਾ ਕਿਉਂਕਿ ਉੱਥੇ ਉਹਨਾਂ ਲੋਕਾਂ ਨੂੰ ਹੁਣ ਇਸ ਵਕਤ ਜ਼ਿੰਦਗੀ ਦਾ ਖਤਰਾ ਹੋ ਸਕਦਾ ਹੈ। ਇਸ ਕਰਕੇ ਉਹਨਾਂ ਲੋਕਾਂ ਨੂੰ ਕੈਨੇਡਾ ਲਿਆ ਕੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ ਕੈਨੇਡਾ ਵੱਲੋਂ ਜੁਲਾਈ 2021 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਵਕਤ ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਲਗਾਤਾਰ ਉੱਥੋਂ ਉਹਨਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ਨੇ ਕੈਨੇਡੀਅਨ ਆਰਮੀ ਨਾਲ ਮਿਲ ਕੇ ਉੱਥੇ ਕੰਮ ਕੀਤਾ ਜਿਨ੍ਹਾਂ ਨੇ ਦੁਭਾਸ਼ੀਏ ਅਤੇ ਸੂਈਏ ਦੇ ਤੌਰ ਤੇ ਕੈਨੇਡੀਅਨ ਆਰਮੀ ਨਾਲ ਕੰਮ ਕੀਤਾ ਸੀ। ਉਹਨਾਂ ਨੂੰ ਜਾਨ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਨੇ ਇਸ ਸੰਬੰਧੀ ਪਹਿਲਾਂ 20,000 ਦਾ ਟਾਰਗੇਟ ਸੈੱਟ ਕੀਤਾ ਸੀ ਪਰ ਹੁਣ ਇਸ ਟਾਰਗੇਟ ਨੂੰ ਵਧਾ ਕੇ 40,000 ਤੱਕ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹੁਣ ਤੱਕ ਕੈਨੇਡਾ ਨੇ 6750 ਅਫਗਾਨ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਹੈ। ਇਸ ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਰਿਫਿਊਜੀਆਂ ਦਾ ਵੀ ਕੈਨੇਡਾ 'ਚ ਸਵਾਗਤ ਕੀਤਾ ਜਾਵੇਗਾ ਅਤੇ ਇੱਥੇ ਉਹਨਾਂ ਨੂੰ ਆਪਣੇ ਭਾਈਚਾਰੇ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਜਾਵੇਗਾ। ਰਿਫਿਊਜੀ ਕੋਟੇ ਦੇ ਤਹਿਤ ਹੁਣ ਤੱਕ 14,720 ਅਫਗਾਨਿਸਤਾਨ ਦੇ ਨਾਗਰਿਕਾਂ ਨੇ ਐਪਲੀਕੇਸ਼ਨਾਂ ਕੈਨੇਡਾ ਆਉਣ ਲਈ ਦਿੱਤੀਆਂ ਨੇ ਜਿਸ ਵਿੱਚੋਂ 9790 ਅਪਰੂਵ ਕਰ ਲਈਆਂ ਗਈਆਂ ਨੇ। ਕਿਊਬਕ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਇੱਥੇ 52 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਇਸ ਤੋਂ ਇੱਕ ਦਿਨ ਪਹਿਲਾਂ 62 ਲੋਕਾਂ ਦੀ ਮੌਤ ਹੋਈ ਸੀ ਜੋ ਕਿ ਹੁਣ ਤੱਕ ਦਾ ਰਿਕਾਰਡ ਸੀ। ਸੋ ਇੱਕ ਵਾਰੀ ਨਜ਼ਰ ਮਾਰਦੇ ਹਾਂ ਕਿ ਕਿਊਬਕ, ਮੈਨੀਟੋਬਾ ਅਤੇ ਸਸਕੈਚੁਅਨ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਨੇ। ਕਿਊਬਕ ਵਿੱਚ ਕੋਰੋਨਾ ਵਾਇਰਸ ਨਾਲ ਹਾਲਾਤ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਨੇ। ਬੀਤੇ 24 ਘੰਟਿਆਂ ਦੌਰਾਨ ਕਿਊਬਕ ਵਿੱਚ 52 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਜਦਕਿ 8,351 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ। ਉੱਥੇ ਹੀ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ 2877 ਤੱਕ ਪਹੁੰਚ ਚੁੱਕੀ ਹੈ ਜਦਕਿ 263 ਲੋਕ ਇਸ ਵਕਤ ICU ਵਿੱਚ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਿਊਬਕ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 12,080 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਊਬਕ ਵਿੱਚ 62 ਲੋਕਾਂ ਦੀ ਮੌਤ ਹੋਈ ਸੀ ਤੇ ਅੱਜ 52 ਮੌਤਾਂ ਦਾ ਅੰਕੜਾ ਸਾਹਮਣੇ ਆਇਆ। ਕਿਊਬਕ ਵਿੱਚ ਹੁਣ ਤੱਕ 99% ਲੋਕਾਂ ਦੇ ਕੋਵਿਡ-19 ਦਾ ਪਹਿਲਾ ਟੀਕਾ ਲੱਗ ਚੁੱਕਾ ਹੈ ਜਦਕਿ 82% ਲੋਕ ਦੋਨੇ ਟੀਕੇ ਲਵਾ ਚੁੱਕੇ ਨੇ ਜਦਕਿ 27% ਲੋਕ ਬੂਸਟਰ ਸ਼ਾਟ ਵੀ ਲਵਾ ਚੁੱਕੇ ਨੇ।
ਕਿਊਬਕ ਦੇ ਵਿੱਚ ਬਾਕੀ ਰਹਿੰਦੇ ਲੋਕਾਂ ਦੇ ਵੈਕਸੀਨ ਲਾਉਣ ਲਈ ਇੱਕ ਸਖਤ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜਿਸ ਵਿੱਚ ਹੈਲਥ ਟੈਕਸ ਲਾਇਆ ਜਾ ਰਿਹਾ ਹੈ। ਜਿਹੜੇ ਲੋਕ ਹਾਲੇ ਤੱਕ ਵੈਕਸੀਨ ਨਹੀਂ ਲਗਵਾ ਸਕੇ ਨੇ ਜਾਂ ਜਿਨ੍ਹਾਂ ਨੇ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਧਰ ਮੈਨੀਟੋਬਾ ਵਿੱਚ ਵੀ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਮੈਨੀਟੋਬਾ 'ਚ ਹੁਣ 454 ਲੋਕ ਹਸਪਤਾਲ ਵਿੱਚ ਦਾਖਲ ਨੇ, ਜਦਕਿ ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਹਾਈਐਸਟ ਰਿਕਾਰਡ 418 ਦਾ ਸੀ। ਉੱਥੇ ਹੀ ਮੈਨੀਟੋਬਾ ਵਿੱਚ 46 ਲੋਕ ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੈਨੀਟੋਬਾ ਵਿੱਚ ਅੱਜ 1478 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ, ਜਦਕਿ 3 ਲੋਕਾਂ ਦੀ ਮੌਤ ਇਸ ਦੌਰਾਨ ਹੋ ਚੁੱਕੀ ਹੈ। ਮੈਨੀਟੋਬਾ ਵਿੱਚ ਹੁਣ ਕੁੱਲ ਮੌਤਾਂ ਦੀ ਗਿਣਤੀ 1429 ਤੱਕ ਪਹੁੰਚ ਗਈ ਹੈ। ਉਧਰ ਸਸਕੁਐਚਨ ਵਿੱਚ ਬੀਤੇ 24 ਘੰਟਿਆਂ ਦੌਰਾਨ 1084 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਨੇ, ਜਦਕਿ ਇੱਥੇ 121 ਲੋਕ ਹਸਪਤਾਲ 'ਚ ਦਾਖਲ ਨੇ, ਜਿਨ੍ਹਾਂ ਵਿੱਚੋਂ 9 ICU ਵਿੱਚ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਸਕੁਐਚਨ ਵਿੱਚ ਐਕਟਿਵ ਕੇਸਾਂ ਦੀ ਗਿਣਤੀ 8706 ਦੱਸੀ ਜਾ ਰਹੀ ਹੈ, ਜਿਸ ਵਿੱਚੋਂ 2292 ਕੇਸ ਰਜਾਈਨਾ ਜ਼ੋਨ ਅਤੇ 2676 ਕੇਸ ਸਸਕਾਤੂਨ ਜ਼ੋਨ ਵਿੱਚ ਦੱਸੇ ਜਾ ਰਹੇ ਨੇ। ਉਧਰ ਅੰਟਾਰੀਓ ਵਿੱਚ ਵੀ ਲਗਾਤਾਰ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿੱਥੇ 3400 ਤੋਂ ਵੱਧ ਲੋਕ ਇਸ ਵਕਤ ਹਸਪਤਾਲ 'ਚ ਦਾਖਲ ਨੇ। ਉੱਥੇ ਹੀ ਲਗਾਤਾਰ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਹਾਲਾਂਕਿ ਕਰੋਨਾ ਵਾਇਰਸ ਦੇ ਅਸਲੀ ਮਾਮਲਿਆਂ ਦੀ ਗਿਣਤੀ ਸਾਹਮਣੇ ਨਹੀਂ ਆ ਰਹੀ ਹੈ, ਕਿਉਂਕਿ ਇਸ ਵਕਤ ਟੈਸਟਿੰਗ ਅਵੇਲੇਬਿਲਟੀ ਨਾ ਹੋਣ ਕਰਕੇ ਬਹੁਤ ਸਾਰੇ ਲੋਕ ਟੈਸਟ ਨਹੀਂ ਕਰਾ ਪਾ ਰਹੇ ਨੇ, ਜਿਸ ਕਰਕੇ ਅਸਲੀ ਐਕਟਿਵ ਕੇਸਾਂ ਦੀ ਗਿਣਤੀ ਸਾਹਮਣੇ ਨਹੀਂ ਆ ਸਕੀ ਹੈ। ਅੰਟਾਰੀਓ 'ਚ ਕਰੋਨਾ ਵਾਇਰਸ ਦੇ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੰਟਾਰੀਓ ਵਿੱਚ ਇਸ ਵਕਤ 3448 ਲੋਕ ਹਸਪਤਾਲਾਂ ਵਿੱਚ ਦਾਖਲ ਨੇ ਅਤੇ ICU ਵਿੱਚ ਦਾਖਲ ਲੋਕਾਂ ਦੀ ਗਿਣਤੀ 500 ਤੋਂ ਪਾਰ ਹੋ ਗਈ ਹੈ। ਹੁਣ ICU ਵਿੱਚ 505 ਲੋਕ ਇਸ ਵਕਤ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੀਤੇ ਦਿਨ ਇਹਨਾਂ ਦੀ ਗਿਣਤੀ 477 ਸੀ, ਜਦਕਿ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇਹਨਾਂ ਦੀ ਗਿਣਤੀ 288 ਸੀ। ਉੱਥੇ ਹੀ ਜਿੱਥੇ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਹੁਣ 3448 ਹੈ, ਇੱਕ ਹਫ਼ਤਾ ਪਹਿਲਾਂ ਇਹ ਗਿਣਤੀ 2081 ਸੀ, ਜਿਸ ਤੋਂ ਪਤਾ ਲੱਗਦਾ ਕਿ ਤੇਜ਼ੀ ਨਾਲ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਟਾਰੀਓ ਵਿੱਚ ਬੀਤੇ 24 ਘੰਟਿਆਂ ਦੌਰਾਨ 9783 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਨੇ, ਜਦਕਿ ਇਸੇ ਦੌਰਾਨ ਹੀ 46 ਹੋਰ ਲੋਕਾਂ ਦੀ ਮੌਤ ਹੋਈ ਹੈ। ਅੰਟਾਰੀਓ ਵਿੱਚ ਹੁਣ 10445 ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਹਾਲਾਂਕਿ ਹੈਲਥ ਅਫੀਸ਼ੀਅਲਸ ਨੇ ਕਿਹਾ ਕਿ ਬੇਸ਼ੱਕ ਇਸ ਵਕਤ ਜੋ ਡਾਟਾ ਸਾਹਮਣੇ ਆਇਆ ਉਹਦੇ ਵਿੱਚ ਕੇਸਾਂ ਦੀ ਗਿਣਤੀ 10000 ਤੋਂ ਘੱਟ ਹੈ, ਜੋ ਪਿਛਲੇ 24 ਘੰਟੇ ਸਾਹਮਣੇ ਆਏ ਨੇ, ਪਰ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੈਸਟ ਅਵੇਲੇਬਿਲਿਟੀ ਘੱਟ ਹੋਣ ਕਾਰਨ ਕਰੋਨਾ ਦੇ ਅਸਲੀ ਨੰਬਰ ਵੀ ਸਾਹਮਣੇ ਨਹੀਂ ਆ ਰਹੇ ਨੇ, ਜਦਕਿ ਇਹਨਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਅੰਟਾਰੀਓ ਦੇ ਜੇ ਵੱਖ-ਵੱਖ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ 1675 ਕੇਸ ਟੋਰਾਂਟੋ ਤੋਂ ਸਾਹਮਣੇ ਆਏ ਨੇ, 1060 ਕੇਸ ਪੀਲ ਰੀਜਨ ਤੋਂ ਸਾਹਮਣੇ ਆਏ ਨੇ, 964 ਕੇਸ ਯਾਰਕ ਰੀਜਨ ਤੋਂ ਸਾਹਮਣੇ ਆਏ ਨੇ, 721 ਕੇਸ ਹੈਮਿਲਟਨ ਤੋਂ ਸਾਹਮਣੇ ਆਏ ਨੇ, ਜਦਕਿ ਓਟਾਵਾ ਤੋਂ 588 ਮਾਮਲੇ ਸਾਹਮਣੇ ਆਏ ਨੇ। ਵਾਟਰਲੂ ਰੀਜਨ ਤੋਂ 471 ਮਾਮਲੇ ਸਾਹਮਣੇ ਆਏ ਨੇ, ਜਦਕਿ ਹੋਲਟਨ ਰੀਜਨ ਤੋਂ 434 ਮਾਮਲੇ ਸਾਹਮਣੇ ਆਏ ਨੇ। ਵਿੰਸਟਰ ਤੋਂ 392 ਮਾਮਲੇ ਵੀ ਸਾਹਮਣੇ ਆਏ ਨੇ ਤੇ ਨਾਇਗਰਾ ਰੀਜਨ ਤੋਂ 307 ਕੇਸ ਸਾਹਮਣੇ ਆਏ ਨੇ। ਅੰਟਾਰੀਓ ਵਿੱਚ ਵੈਕਸੀਨ ਲਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇੱਕ ਵਾਰੀ ਫਿਰ ਲੋਕਾਂ ਨੂੰ ਵੈਕਸੀਨ ਲਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਟਰੂਡੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੀਨੇ ਕੈਨੇਡਾ ਨੂੰ 6.8 ਮਿਲੀਅਨ ਟੀਕੇ ਫਾਈਜ਼ਰ ਦੇ ਮਿਲਣਗੇ, ਜੋ ਕਿ 12 ਸਾਲ ਤੋਂ ਉੱਪਰ ਦੇ ਲੋਕ ਲਵਾ ਸਕਣਗੇ। ਸੋ ਟਰੂਡੋ ਨੇ ਕਿਹਾ ਕਿ ਇਹ ਬਹੁਤ ਸਾਫ਼ ਗੱਲ ਹੈ ਕਿ ਸਾਡੇ ਕੋਲ ਇਸ ਵਕਤ ਵਾਧੂ ਵੈਕਸੀਨ ਹੈ ਤੇ ਹਰ ਕਿਸੇ ਨੂੰ ਇਹ ਵੈਕਸੀਨ ਲਵਾਉਣੀ ਚਾਹੀਦੀ ਹੈ। ਸੋ ਜਾਂਦੇ ਜਾਂਦੇ ਇੱਕ ਵਾਰੀ ਫੇਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਟਰੂਡੋ ਸਰਕਾਰ ਨੇ ਕੀਤਾ ਵੱਡਾ ਐਲਾਨ, ਛੋਟੇ ਕਾਰੋਬਾਰੀਆਂ ਨੂੰ ਦਿੱਤੀ ਰਾਹਤ। ਇਮੀਗ੍ਰੇਸ਼ਨ ਵਿਭਾਗ ਨੇ ਕੀਤਾ ਖੁਲਾਸਾ, ਐਕਸਪ੍ਰੈਸ ਐਂਟਰੀ ਦੇ ਪੂਲ ਵਿੱਚ ਜਮ੍ਹਾਂ ਹੋਈਆਂ 2 ਲੱਖ ਦੇ ਕਰੀਬ ਫਾਈਲਾਂ। ਕਿਊਬਕ ਦੇ ਹੈਲਥ ਟੈਕਸ ਉੱਤੇ ਟਰੂਡੋ ਦਾ ਬਿਆਨ, ਕਿਹਾ ਪੂਰੀ ਜਾਣਕਾਰੀ ਤੋਂ ਬਾਅਦ ਹੀ ਕਰਾਂਗੇ ਟਿੱਪਣੀ। BC ਵਿੱਚ ਇੱਕ ਵਾਰੀ ਫਿਰ ਹੜ੍ਹ ਦਾ ਖਤਰਾ, ਐਨਵਾਇਰਨਮੈਂਟ ਕੈਨੇਡਾ ਨੇ ਦਿੱਤੀ ਚੇਤਾਵਨੀ। ਅਫਗਾਨਿਸਤਾਨ ਤੋਂ ਲਿਆਂਦੇ 250 ਹੋਰ ਰਿਫਿਊਜੀ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤੀ ਜਾਣਕਾਰੀ। ਅਤੇ ਕਿਊਬਕ ਤੇ ਅੰਟਾਰੀਓ ਵਿੱਚ ਕਰੋਨਾ ਦਾ ਕਹਿਰ, ਹਸਪਤਾਲਾਂ 'ਚ ਵਧੀ ਮਰੀਜ਼ਾਂ ਦੀ ਗਿਣਤੀ। ਸੋ ਇਹ ਸੀ TV ਪੰਜਾਬ ਦਾ ਖਾਸ ਨਿਊਜ਼ ਬੁਲਟਨ। ਸੋ ਇਸੇ ਤਰੀਕੇ ਨਾਲ ਅਸੀਂ ਜਾਣਕਾਰੀ ਭਰਪੂਰ ਅਤੇ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।